ਮੈਂ ਜਦੋਂ ਤੋਂ ਹੋਸ਼ ਸੰਭਾਲਿਆ ਸੀ ਆਪਣੀ ਮਾਂ ਨੂੰ ਮਿਹਨਤ ਕਰਦੇ ਹੀ ਦੇਖਿਆ ਸੀ। ਮੇਰੀ ਮਾਂ ਮੈਨੂੰ ਹਮੇਸ਼ਾ ਕਹਿੰਦੀ ਸੀ ਕਿ ਕਾਮਯਾਬੀ ਦਾ ਕੋਈ ਸ਼ਾਰਟਕਟ ਨਹੀਂ ਹੈ। ਜੇਕਰ ਕੁਝ ਬਣਨਾ ਹੈ ਤਾਂ ਹੁਨਰ ਅਤੇ ਪੜ੍ਹਾਈ ਬਹੁਤ ਜ਼ਰੂਰੀ ਹੈ। ਮੈਂ ਆਪਣੀ ਜ਼ਿੰਦਗੀ ਵਿੱਚ ਆਪਣੇ ਪਾਪਾ ਨੂੰ ਕਦੇ ਨਹੀਂ ਦੇਖਿਆ ਅਤੇ ਨਾ ਹੀ ਮੇਰੀ ਮੰਮੀ ਨੇ ਦੱਸਿਆ ਕਿ ਮੇਰੇ ਪਾਪਾ ਕੌਣ ਹਨ। ਅਸੀਂ ਪਹਿਲਾਂ ਨਾਨੀ ਜੀ ਦੇ ਘਰ ਰਹਿੰਦੇ ਸੀ। ਨਾਨਾ ਜੀ ਅਤੇ ਮੇਰੇ ਮਾਮਾ ਜੀ ਮੇਰੀ ਮੰਮੀ ਨੂੰ ਦੂਜਾ ਵਿਆਹ ਕਰਨ ਲਈ ਮਜਬੂਰ ਕਰਦੇ। ਮੇਰੀ ਮੰਮੀ ਨੇ ਮੇਰੇ ਕਰਕੇ ਦੂਜਾ ਵਿਆਹ ਨਹੀਂ ਕੀਤਾ ਤਾਂ ਕਿ ਮੈਂ ਇਗਨੋਰ ਨਾ ਹੋ ਜਾਵਾਂ ਅਤੇ ਮੇਰੀ ਮੰਮੀ ਨੇ ਆਪਣਾ ਸਾਰਾ ਧਿਆਨ ਮੇਰੇ ਵੱਲ ਰੱਖਿਆ। ਮੇਰਾ ਨਾਮ ਰਮਨ ਹੈ ਅਤੇ ਮੈਂ ਇੱਕ ਬਹੁਤ ਵੱਡਾ ਬਿਜ਼ਨਸਮੈਨ ਹਾਂ, ਪਰ ਇਹ ਸਭ ਮੈਨੂੰ ਵਿਰਾਸਤ ਵਿੱਚ ਨਹੀਂ ਮਿਲਿਆ, ਬਲਕਿ ਮੈਂ ਆਪਣੀ ਮਿਹਨਤ ਨਾਲ ਕਮਾਇਆ ਹੈ। ਮੈਨੂੰ ਯਾਦ ਹੈ ਜਦੋਂ ਮੈਂ ਛੋਟਾ ਸੀ ਤਾਂ ਮੇਰੀ ਮੰਮੀ ਸਮੋਸੇ ਬਣਾ ਕੇ ਇੱਕ ਸਕੂਲ ਵਿੱਚ ਵੇਚਣ ਜਾਂਦੀ ਸੀ। ਜਦੋਂ ਮੈਂ ਮੰਮੀ ਨੂੰ ਪੁੱਛਦਾ ਕਿ ਮੰਮੀ ਤੂੰ ਇੰਨੀ ਮਿਹਨਤ ਕਿਸ ਲਈ ਕਰ ਰਹੀ ਹੈ, ਤਾਂ ਉਹ ਕਹਿੰਦੀ ਮੈਂ ਇਹ ਸਭ ਆਪਣੇ ਮੁੰਡੇ ਲਈ ਕਰਦੀ ਹਾਂ ਤਾਂ ਜੋ ਪੜ੍ਹ ਲਿਖ ਕੇ ਵੱਡਾ ਆਦਮੀ ਬਣ ਜਾਵੇ। ਉਹਨਾਂ ਦਿਨਾਂ ਵਿੱਚ ਮੈਂ ਸਕੂਲ ਜਾਣਾ ਸ਼ੁਰੂ ਕੀਤਾ ਸੀ ਅਤੇ ਮੈਂ ਬਹੁਤ ਖੁਸ਼ ਸੀ। ਗਰੀਬੀ ਦੇ ਬਾਵਜੂਦ ਮੰਮੀ ਨੇ ਇਸ ਸ਼ਹਿਰ ਦੇ ਸਭ ਤੋਂ ਚੰਗੇ ਸਕੂਲ ਵਿੱਚ ਮੇਰੀ ਐਡਮਿਸ਼ਨ ਕਰਵਾਈ। ਉਸ ਸਕੂਲ ਦੀ ਫੀਸ ਬਹੁਤ ਜ਼ਿਆਦਾ ਸੀ ਕਿਉਂਕਿ ਮੇਰੀ ਮੰਮੀ ਪੜ੍ਹੀ ਲਿਖੀ ਨਹੀਂ ਸੀ, ਇਸ ਲਈ ਉਹ ਘਰ ਦੇ ਨੇੜੇ ਹੀ ਇੱਕ ਕੁੜੀਆਂ ਦੇ ਸਕੂਲ ਵਿੱਚ ਨੌਕਰੀ ਕਰਨ ਲੱਗੀ ਅਤੇ ਸਮੋਸੇ ਬਣਾ ਕੇ ਲੰਚ ਟਾਈਮ ਵਿੱਚ ਵੇਚਦੀ ਸੀ ਅਤੇ ਇਹ ਸਭ ਕੁਝ ਉਹ ਮੇਰੀ ਫੀਸ ਭਰਨ ਲਈ ਕਰਦੀ ਸੀ। ਪਰ ਉਸ ਵੇਲੇ ਮੈਂ ਇਹ ਸਭ ਕੁਝ ਨਹੀਂ ਜਾਣਦਾ ਸੀ, ਇਸ ਲਈ ਮੰਮੀ ਤੋਂ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਦਾ ਸੀ। ਪਰ ਮੰਮੀ ਇਹ ਸਭ ਕੰਮ ਤਾਂ ਮੇਰੇ ਪਾਪਾ ਨੂੰ ਕਰਨੇ ਚਾਹੀਦੇ ਸਨ, ਉਹ ਇਹ ਕੰਮ ਕਿਉਂ ਨਹੀਂ ਕਰਦੇ? ਤਾਂ ਮੇਰੀ ਮੰਮੀ ਮੁਸਕਰਾ ਕੇ ਕਹਿੰਦੀ, ਤੈਨੂੰ ਪਤਾ ਹੈ ਜਦੋਂ ਤੂੰ ਪੈਦਾ ਹੋਇਆ ਤਾਂ ਮੈਂ ਤੇਰੇ ਪਿਤਾ ਵੱਲ ਜ਼ਿਆਦਾ ਧਿਆਨ ਨਹੀਂ ਦੇ ਸਕੀ ਕਿਉਂਕਿ ਘਰ ਦੇ ਕੰਮ ਦੇ ਨਾਲ ਨਾਲ ਤੈਨੂੰ ਵੀ ਸੰਭਾਲਣਾ ਹੁੰਦਾ ਸੀ। ਇਸ ਲਈ ਤੇਰੇ ਪਾਪਾ ਕਹਿਣ ਲੱਗੇ ਕਿ ਹੁਣ ਤੇਰਾ ਬੇਟਾ ਹੋ ਗਿਆ ਹੈ, ਇਸ ਲਈ ਹੁਣ ਤੈਨੂੰ ਮੇਰੀ ਜ਼ਰੂਰਤ ਨਹੀਂ ਹੈ ਅਤੇ ਬੇਟੇ ਹੁਣ ਤੇਰੇ ਪਾਪਾ ਉੱਪਰ ਭਗਵਾਨ ਕੋਲ ਚਲੇ ਗਏ ਹਨ। ਇਹ ਕਹਿ ਕੇ ਉਹ ਮੇਰਾ ਮੱਥਾ ਚੁੰਮ ਲੈਂਦੀ ਸੀ। ਪਰ ਮੰਮੀ ਤੁਹਾਨੂੰ ਪਾਪਾ ਨੂੰ ਇੰਨੀ ਜਲਦੀ ਨਹੀਂ ਜਾਣ ਦੇਣਾ ਚਾਹੀਦਾ ਸੀ ਕਿਉਂਕਿ ਹਾਲੇ ਤਾਂ ਮੈਂ ਬਹੁਤ ਛੋਟਾ ਹਾਂ ਅਤੇ ਤੁਹਾਡੀ ਮਦਦ ਵੀ ਨਹੀਂ ਕਰ ਸਕਦਾ। ਇਹ ਸੁਣ ਕੇ ਮੇਰੀ ਮੰਮੀ ਕਹਿਣ ਲੱਗਦੀ, ਤੂੰ ਮੇਰੀ ਮਦਦ ਕਿਵੇਂ ਨਹੀਂ ਕਰ ਸਕਦਾ? ਜਾਂ ਸਾਹਮਣੇ ਰੱਖੇ ਮਿਰਚ ਮਸਾਲੇ ਦੇ ਡੱਬੇ ਚੁੱਕ ਕੇ ਲਿਆ ਤਾਂ ਜੋ ਮੈਂ ਜਲਦੀ ਨਾਲ ਸਮੋਸੇ ਬਣਾ ਲਵਾਂ ਅਤੇ ਅੱਜ ਜੇਕਰ ਤੂੰ ਆਪਣੀ ਕਾਪੀ ਉੱਤੇ 2 ਸਟਾਰ ਲੈ ਕੇ ਆਇਆ ਤਾਂ ਸਕੂਲ ਤੋਂ ਵਾਪਸ ਆਉਂਦੇ ਹੀ ਮੈਂ ਤੈਨੂੰ 2 ਸਮੋਸੇ ਦਿਆਂਗੀ। ਮੰਮੀ ਦੀ ਗੱਲ ਸੁਣ ਕੇ ਮੈਂ ਫਟਾਫਟ ਡੱਬੇ ਚੁੱਕ ਲਿਆਂਦਾ। ਮੰਮੀ ਦੀਆਂ ਇਹ ਗੱਲਾਂ ਮੈਨੂੰ ਬਹੁਤ ਵੱਡਾ ਅਤੇ ਜ਼ਿੰਮੇਦਾਰ ਇਨਸਾਨ ਬਣਨ ਵਿੱਚ ਮਜਬੂਰ ਕਰਨ ਲੱਗੀਆਂ ਸਨ। ਸਾਡਾ ਆਪਣਾ ਘਰ ਸੀ ਅਤੇ ਸਾਡੇ ਘਰ ਦੇ ਦੂਜੇ ਪਾਸੇ ਕੁੜੀਆਂ ਦਾ ਇੱਕ ਬਹੁਤ ਵੱਡਾ ਸਕੂਲ ਸੀ। ਪਹਿਲਾਂ ਮੰਮੀ ਸਕੂਲ ਦੀਆਂ ਟੀਚਰਾਂ ਲਈ ਚਾਹ ਪਾਣੀ ਲੈ ਜਾਂਦੀ ਸੀ। ਫਿਰ ਉਹ ਮੰਮੀ ਦੇ ਕੰਮ ਤੋਂ ਇੰਨੇ ਖੁਸ਼ ਹੋਏ ਕਿ ਉਹਨਾਂ ਨੇ ਮੰਮੀ ਦੀ ਸਕੂਲ ਵਿੱਚ ਹੀ ਨੌਕਰੀ ਲਗਾ ਦਿੱਤੀ। ਸਕੂਲ ਵਿੱਚ ਸਫਾਈ ਕਰਨ ਨਾਲ ਮੰਮੀ ਨੂੰ ਤਨਖਾਹ ਮਿਲਦੀ ਸੀ, ਜਿਸ ਨਾਲ ਸਾਡਾ ਗੁਜ਼ਾਰਾ ਵਧੀਆ ਹੋ ਜਾਂਦਾ ਸੀ ਕਿਉਂਕਿ ਮੇਰੇ ਪਿਤਾ ਤਾਂ ਮਰ ਚੁੱਕੇ ਸਨ ਅਤੇ ਘਰ ਵਿੱਚ ਅਸੀਂ ਦੋਵੇਂ ਮਾਂ ਪੁੱਤਰ ਹੀ ਰਹਿੰਦੇ ਸੀ। ਪਰ ਮੇਰੀ ਮੰਮੀ ਮੇਰੇ ਲਈ ਬਹੁਤ ਵੱਡੇ ਸੁਪਨੇ ਦੇਖਦੀ ਸੀ। ਉਹ ਚਾਹੁੰਦੀ ਸੀ ਕਿ ਮੈਂ ਇਸ ਮੁਹੱਲੇ ਵਿੱਚ ਰਹਿਣ ਵਾਲੇ ਹਜ਼ਾਰਾਂ ਮੁੰਡਿਆਂ ਦੀ ਤਰ੍ਹਾਂ ਜ਼ਿੰਦਗੀ ਗੁਜ਼ਾਰਨ ਦੀ ਬਜਾਏ ਇੱਕ ਚੰਗੀ ਜ਼ਿੰਦਗੀ ਗੁਜ਼ਾਰਾਂ। ਇਸ ਲਈ ਮੇਰੀ ਮੰਮੀ ਬਹੁਤ ਮਿਹਨਤ ਕਰਦੀ ਸੀ। ਮੇਰੀ ਮੰਮੀ ਨੂੰ ਪਤਾ ਸੀ ਕਿ ਹਰ ਸਾਲ ਸਕੂਲ ਦੀ ਫੀਸ ਵੱਧਦੀ ਜਾਵੇਗੀ, ਇਸ ਲਈ ਉਹ ਆਪਣਾ ਕੰਮ ਵੀ ਵਧਾਉਂਦੀ ਜਾ ਰਹੀ ਸੀ ਤਾਂ ਜੋ ਮੇਰੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਾ ਆਵੇ। ਇਸ ਕਾਰਨ ਮੈਂ ਬੜੀ ਆਸਾਨੀ ਨਾਲ ਕਾਲਜ ਵਿੱਚ ਪਹੁੰਚ ਗਿਆ। ਮੈਨੂੰ ਪਤਾ ਸੀ ਕਿ ਮੇਰੀ ਮੰਮੀ ਮੇਰੇ ਲਈ ਬਹੁਤ ਵੱਡੇ ਸੁਪਨੇ ਦੇਖਦੀ ਹੈ, ਇਸ ਲਈ ਮੈਂ ਵੀ ਟਿਊਸ਼ਨ ਪੜ੍ਹਾਉਣ ਲੱਗਾ ਕਿਉਂਕਿ ਮੈਨੂੰ ਪਤਾ ਸੀ ਕਿ ਯੂਨੀਵਰਸਿਟੀ ਦੀ ਪੜ੍ਹਾਈ ਬਹੁਤ ਮਹਿੰਗੀ ਹੁੰਦੀ ਹੈ। ਇਸ ਲਈ ਅਸੀਂ ਦੋਵੇਂ ਮਾਂ ਪੁੱਤ ਮਿਲ ਕੇ ਮਿਹਨਤ ਕਰਨ ਲੱਗੇ ਅਤੇ ਜਦੋਂ ਮੇਰੀ ਪੜ੍ਹਾਈ ਪੂਰੀ ਹੋਈ ਤਾਂ ਸਾਨੂੰ ਲੱਗਿਆ ਕਿ ਸਾਡੀ ਮੰਜ਼ਿਲ ਬਹੁਤ ਨੇੜੇ ਹੈ, ਪਰ ਅਜਿਹਾ ਨਹੀਂ ਸੀ। ਇੱਥੇ ਛੋਟੀ ਜਿਹੀ ਨੌਕਰੀ ਲੈਣ ਲਈ ਵੀ ਬਹੁਤ ਪੈਸਾ ਲੱਗਦਾ ਸੀ, ਪਰ ਮੇਰੀ ਮੰਮੀ ਹਾਰ ਮੰਨਣ ਵਾਲਿਆਂ ਵਿੱਚੋਂ ਨਹੀਂ ਸੀ। ਇਸ ਲਈ ਮੰਮੀ ਨੇ ਫਿਰ ਕਮਰ ਕੱਸ ਲਈ ਅਤੇ ਮੇਰਾ ਹੌਸਲਾ ਟੁੱਟਣ ਨਹੀਂ ਦਿੱਤਾ। ਮੈਂ ਵੀ ਚੰਗੀ ਨੌਕਰੀ ਮਿਲਣ ਤੱਕ ਛੋਟੀਆਂ-ਮੋਟੀਆਂ ਨੌਕਰੀਆਂ ਕਰਦਾ ਰਿਹਾ ਅਤੇ ਅਸੀਂ ਦੋਵਾਂ ਨੇ 1 ਸਾਲ ਦੇ ਅੰਦਰ ਇੰਨਾ ਪੈਸਾ ਜੋੜ ਲਿਆ ਜਿਸ ਨਾਲ ਮੈਨੂੰ ਇੱਕ ਚੰਗੀ ਕੰਪਨੀ ਵਿੱਚ ਨੌਕਰੀ ਮਿਲ ਗਈ। ਇੱਥੇ ਹਰ ਚੀਜ਼ ਵਿਕਾਊ ਸੀ, ਹੁਨਰ ਦੀ ਤਾਂ ਕਦਰ ਹੀ ਨਹੀਂ ਸੀ। ਇਸ ਲਈ ਮੈਂ ਨੌਕਰੀ ਖਰੀਦ ਲਈ, ਪਰ ਮੈਂ ਜਾਣਦਾ ਸੀ ਕਿ ਹੁਣ ਮੈਨੂੰ ਆਪਣੀ ਕਾਬਲੀਅਤ ਦਿਖਾ ਕੇ ਇਸ ਕੁਰਸੀ ਦੀ ਹਿਫਾਜ਼ਤ ਕਰਨੀ ਹੈ ਅਤੇ ਮੈਂ ਉਹੀ ਕੀਤਾ ਅਤੇ ਇਸ ਕੰਪਨੀ ਵਿੱਚ ਆਪਣੀ ਕਾਬਲੀਅਤ ਦੇ ਝੰਡੇ ਗੱਡ ਦਿੱਤੇ ਅਤੇ ਫਿਰ ਅੱਗੇ ਦੀਆਂ ਮੰਜ਼ਿਲਾਂ ਆਸਾਨ ਹੁੰਦੀਆਂ ਚਲੀਆਂ ਗਈਆਂ ਅਤੇ ਮੇਰੀ ਮੰਮੀ ਦੇ ਸੁਪਨੇ ਸੱਚ ਹੋਣ ਲੱਗੇ। ਫਿਰ ਸਾਲ ਲੰਘਦੇ ਗਏ, ਸਫਲਤਾ ਮੇਰੇ ਕਦਮ ਚੁੰਮਣ ਲੱਗੀ ਅਤੇ ਮੈਂ ਅਮੀਰ ਬਣਦਾ ਚਲਾ ਗਿਆ।
ਫਿਰ ਦੇਖਦੇ ਹੀ ਦੇਖਦੇ ਮੈਂ ਇੰਨਾ ਦੌਲਤਮੰਦ ਹੋ ਗਿਆ ਕਿ ਮੈਂ ਕਈ ਸ਼ਹਿਰਾਂ ਵਿੱਚ ਇੱਕ ਇੱਕ ਘਰ ਖਰੀਦ ਲਿਆ। ਮੰਮੀ ਕਹਿੰਦੀ ਸੀ ਕਿ ਇੰਨੇ ਘਰ ਲੈਣ ਦੀ ਕੀ ਜ਼ਰੂਰਤ ਸੀ, ਅਤੇ ਮੈਂ ਮੰਮੀ ਨੂੰ ਕਹਿੰਦਾ, ਜਦੋਂ ਮੈਂ ਦੂਜੇ ਸ਼ਹਿਰ ਜਾਂਦਾ ਹਾਂ ਤਾਂ ਹੋਟਲ ਵਿੱਚ ਰਹਿਣਾ ਪੈਂਦਾ ਹੈ, ਇਸ ਲਈ ਮੈਂ ਹਰ ਸ਼ਹਿਰ ਵਿੱਚ ਆਪਣਾ ਇੱਕ ਘਰ ਬਣਾ ਲਿਆ ਤਾਂ ਜੋ ਮੈਂ ਕੰਮ ਦੇ ਸਿਲਸਿਲੇ ਵਿੱਚ ਜਦੋਂ ਕਿਤੇ ਜਾਵਾਂ ਤਾਂ ਮੈਨੂੰ ਹੋਟਲ ਵਿੱਚ ਨਾ ਰਹਿਣਾ ਪਵੇ। ਪਰ ਮੇਰੇ ਇਹ ਘਰ ਖਾਲੀ ਨਹੀਂ ਸਨ, ਬਲਕਿ ਇੱਥੇ ਕਈ ਜ਼ਰੂਰਤਮੰਦ ਲੋਕ ਰਹਿੰਦੇ ਸਨ। ਮੈਂ ਅਮੀਰ ਹੋ ਗਿਆ ਸੀ, ਪਰ ਸਾਨੂੰ ਮਾਂ ਪੁੱਤ ਨੂੰ ਪੈਸੇ ਨੇ ਘਮੰਡੀ ਨਹੀਂ ਹੋਣ ਦਿੱਤਾ ਸੀ। ਮੇਰੀ ਮੰਮੀ ਹਲੇ ਵੀ ਕੰਮ ਕਰਦੀ ਸੀ। ਉਸਨੇ ਇੱਕ ਕੁਕਿੰਗ ਸੈਂਟਰ ਖੋਲ੍ਹਿਆ ਹੋਇਆ ਸੀ, ਜਿੱਥੇ ਉਹ ਗਰੀਬ ਔਰਤਾਂ ਨੂੰ ਖਾਣਾ ਬਣਾਉਣਾ ਅਤੇ ਇਸ ਹੁਨਰ ਦਾ ਕਾਰੋਬਾਰ ਚਲਾਉਣ ਦਾ ਗੁਣ ਸਿਖਾਉਂਦੀ ਸੀ। ਮੇਰੇ ਕੋਲ ਇੰਨੇ ਪੈਸੇ ਸਨ ਕਿ ਅਸੀਂ ਦੋਵੇਂ ਮਾਂ ਪੁੱਤ ਬੈਠ ਕੇ ਖਾਂਦੇ ਤਾਂ ਵੀ ਇਹ ਦੌਲਤ ਘਟ ਨਹੀਂ ਸਕਦੀ ਸੀ। ਫਿਰ ਅਸੀਂ ਇਸ ਦੌਲਤ ਅਤੇ ਆਪਣੀ ਕਾਬਲੀਅਤ ਨੂੰ ਦੂਜਿਆਂ ਵਿੱਚ ਵੰਡਣਾ ਸ਼ੁਰੂ ਕਰ ਦਿੱਤਾ ਅਤੇ ਲੋਕਾਂ ਦੀ ਮਦਦ ਕਰਨ ਲੱਗੇ। ਮੇਰੀ ਮੰਮੀ ਨੇ ਆਪਣੇ ਆਖਰੀ ਸਾਹ ਤੱਕ ਮਿਹਨਤ ਕੀਤੀ ਅਤੇ ਇਸ ਦੁਨੀਆ ਤੋਂ ਇੱਜ਼ਤ ਨਾਲ ਚਲੀ ਗਈ। ਮੈਂ ਦੇਖਿਆ ਕਿ ਜਿਸ ਔਰਤ ਦਾ ਉਸਦੇ ਆਪਣੇ ਇੱਕ ਮੁੰਡੇ ਦੇ ਸਿਵਾਏ ਇਸ ਦੁਨੀਆ ਵਿੱਚ ਕੋਈ ਨਹੀਂ ਸੀ, ਉਸਦੇ ਮਰਨ ਤੋਂ ਬਾਅਦ ਹਜ਼ਾਰਾਂ ਲੋਕ ਉਸ ਲਈ ਰੋ ਰਹੇ ਸਨ। ਫਿਰ ਮੈਂ ਕਈ ਮਹੀਨਿਆਂ ਬਾਅਦ ਆਪਣੇ ਇੱਕ ਘਰ ਵਿੱਚ ਆਇਆ ਤਾਂ ਮੈਂ ਆਪਣੇ ਘਰ ਦੇ ਬਾਹਰ ਇੱਕ ਲੰਗੜੇ ਫਕੀਰ ਨੂੰ ਦੇਖਿਆ। ਉਸਨੇ ਮੈਨੂੰ ਕਿਹਾ ਕਿ ਬੇਟਾ, ਮੈਨੂੰ 1 ਰੁਪਿਆ ਦੇ ਦਿਓ। ਇਹ ਸੁਣ ਕੇ ਮੈਂ ਹੱਸ ਪਿਆ ਅਤੇ ਉਸਨੂੰ ਕਹਿਣ ਲੱਗਿਆ, ਬਾਬਾ ਜੀ, ਅੱਜ ਕੱਲ੍ਹ ਦੇ ਫਕੀਰ ਤਾਂ 50-100 ਤੋਂ ਘੱਟ ਨਹੀਂ ਲੈਂਦੇ ਅਤੇ ਤੁਸੀਂ 1 ਰੁਪਿਆ ਮੰਗ ਰਹੇ ਹੋ। ਇਹ ਸੁਣ ਕੇ ਉਹ ਫਕੀਰ ਚੁੱਪ ਹੋ ਗਿਆ। ਮੈਂ ਜੇਬ ਵਿੱਚੋਂ 1000 ਰੁਪਏ ਦਾ ਨੋਟ ਕੱਢਿਆ ਅਤੇ ਉਸਨੂੰ ਦੇ ਦਿੱਤਾ, ਪਰ ਉਸਨੇ ਲੈਣ ਤੋਂ ਮਨਾ ਕਰ ਦਿੱਤਾ ਅਤੇ ਕਹਿਣ ਲੱਗਿਆ, ਬੇਟਾ, ਇਹ ਤੁਸੀਂ ਰੱਖ ਲਓ। ਜਿਸ ਦਿਨ ਤੁਹਾਡੇ ਕੋਲ 1 ਰੁਪਿਆ ਹੋਵੇਗਾ ਮੈਨੂੰ ਦੇ ਦੇਣਾ। ਮੈਂ ਜਲਦੀ ਵਿੱਚ ਸੀ, ਇਸ ਲਈ ਉਸਦੀ ਗੱਲ ਸੁਣ ਕੇ ਮੁਸਕਰਾਇਆ ਅਤੇ ਅੱਗੇ ਵਧ ਗਿਆ। ਪਰ ਉਹ ਫਕੀਰ ਰੋਜ਼ ਮੇਰੇ ਘਰ ਦੇ ਸਾਹਮਣੇ ਆ ਕੇ ਬੈਠ ਜਾਂਦਾ ਅਤੇ ਆਉਂਦੇ ਜਾਂਦੇ ਮੇਰੇ ਕੋਲੋਂ 1 ਰੁਪਿਆ ਮੰਗਦਾ। ਫਿਰ ਮੈਂ ਇੱਕ ਦਿਨ ਰੁਕ ਕੇ ਉਸਨੂੰ ਪੁੱਛ ਹੀ ਲਿਆ ਕਿ ਤੁਸੀਂ ਮੇਰੇ ਤੋਂ 1 ਰੁਪਿਆ ਹੀ ਕਿਉਂ ਮੰਗਦੇ ਹੋ। ਇਹ ਸੁਣ ਕੇ ਉਹ ਫਕੀਰ ਕਹਿਣ ਲੱਗਿਆ, ਜਿਸ ਦਿਨ ਤੂੰ ਮੈਨੂੰ 1 ਰੁਪਿਆ ਦੇ ਦੇਵੇਂਗਾ ਤਾਂ ਮੈਂ ਤੈਨੂੰ ਇਹ ਗੱਲ ਦੱਸ ਦੇਵਾਂਗਾ। ਇਹ ਸੁਣ ਕੇ ਮੈਨੂੰ ਇਸ ਗੱਲ ਵਿੱਚ ਦਿਲਚਸਪੀ ਪੈਦਾ ਹੋ ਗਈ ਕਿ ਆਖਰ ਉਸਦੇ ਮਨ ਵਿੱਚ ਕੀ ਰਾਜ ਸੀ। ਮੈਂ ਕਿਉਂਕਿ ਹੁਣ ਦੌਲਤਮੰਦ ਹੋ ਚੁੱਕਿਆ ਸੀ, ਇਸ ਲਈ ਮੇਰੇ ਕੋਲ 1 ਰੁਪਏ ਦਾ ਖੁੱਲ੍ਹਾ ਨੋਟ ਨਹੀਂ ਆਉਂਦਾ ਸੀ, ਬਲਕਿ ਮੈਂ ਤਾਂ ਕਈ ਸਾਲਾਂ ਤੋਂ 1 ਰੁਪਏ ਦੀ ਸ਼ਕਲ ਤੱਕ ਨਹੀਂ ਦੇਖੀ ਸੀ। ਪਰ ਮੈਂ ਜਾਣਨਾ ਚਾਹੁੰਦਾ ਸੀ ਕਿ ਉਹ ਫਕੀਰ ਮੇਰੇ ਤੋਂ 1 ਰੁਪਿਆ ਹੀ ਕਿਉਂ ਲੈਣਾ ਚਾਹੁੰਦਾ ਸੀ। ਇਸ ਲਈ ਇੱਕ ਦਿਨ ਜਦੋਂ ਮੈਨੂੰ ਘਰ ਆਉਂਦੇ ਹੋਏ ਇਹ ਗੱਲ ਯਾਦ ਆਈ ਤਾਂ ਮੈਂ ਸੜਕ 'ਤੇ ਹੀ ਗੱਡੀ ਰੋਕ ਲਈ ਅਤੇ ਇੱਕ ਮੰਗਣ ਵਾਲੇ ਬੱਚੇ ਨੂੰ 100 ਰੁਪਏ ਦਾ ਨੋਟ ਦੇ ਕੇ ਉਸ ਤੋਂ 1 ਰੁਪਿਆ ਲੈ ਲਿਆ ਅਤੇ ਫਿਰ ਘਰ ਆ ਕੇ ਗੱਡੀ ਤੋਂ ਉਤਰਿਆ ਅਤੇ 1 ਰੁਪਿਆ ਲੈ ਕੇ ਉਸ ਫਕੀਰ ਕੋਲ ਆ ਗਿਆ। ਮੈਂ ਉਸਨੂੰ ਕਿਹਾ, ਬਾਬਾ ਜੀ, ਆ ਲਓ, ਅੱਜ ਮੈਂ ਤੁਹਾਡੇ ਲਈ 1 ਰੁਪਿਆ ਲੈ ਕੇ ਆਇਆ ਹਾਂ। ਇਹ ਕਹਿ ਕੇ ਮੈਂ ਉਹ 1 ਰੁਪਏ ਦਾ ਸਿੱਕਾ ਉਸਦੇ ਹੱਥ ਵਿੱਚ ਰੱਖ ਦਿੱਤਾ, ਜਿਸ ਨੂੰ ਦੇਖ ਕੇ ਉਹ ਫਕੀਰ ਰੋਂਦਾ ਹੀ ਰਿਹਾ ਅਤੇ ਮੈਂ ਉਸਨੂੰ ਹੈਰਾਨ ਪਰੇਸ਼ਾਨ ਖੜਾ ਦੇਖਦਾ ਰਿਹਾ। ਪਤਾ ਨਹੀਂ ਇਸ ਵਿਚਾਰੇ ਨੂੰ ਉਸ ਰੁਪਏ ਨੂੰ ਦੇਖ ਕੇ ਕਿਹੜੀ ਗੱਲ ਯਾਦ ਆ ਗਈ। ਥੋੜੀ ਦੇਰ ਬਾਅਦ ਉਸਨੇ ਆਪਣੇ ਹੰਝੂ ਸਾਫ਼ ਕੀਤੇ ਅਤੇ ਕਹਿਣ ਲੱਗਿਆ, ਮੈਂ ਬਹੁਤ ਗਰੀਬ ਆਦਮੀ ਸੀ, ਇਸ ਲਈ ਵਿਆਹ ਨਹੀਂ ਕਰਨਾ ਚਾਹੁੰਦਾ ਸੀ, ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਮੈਂ ਆਪਣੇ ਵਰਗੇ ਗਰੀਬਾਂ ਨੂੰ ਪੈਦਾ ਕਰਾਂ ਅਤੇ ਮੇਰੀ ਔਲਾਦ ਮੇਰੀ ਤਰ੍ਹਾਂ ਘੁੱਟ-ਘੁੱਟ ਕੇ ਜੀਵੇ। ਪਰ ਮੇਰੇ ਪਿਤਾ ਨੇ ਜ਼ਬਰਦਸਤੀ ਮੇਰਾ ਵਿਆਹ ਕਰ ਦਿੱਤਾ ਅਤੇ ਜਿਸ ਔਰਤ ਨਾਲ ਮੇਰਾ ਵਿਆਹ ਹੋਇਆ ਉਹ ਬਹੁਤ ਚੰਗੀ ਸੀ, ਕਿਉਂਕਿ ਉਹ ਮੇਰੀ ਤਰ੍ਹਾਂ ਬਸ ਸੁਪਨੇ ਹੀ ਨਹੀਂ ਦੇਖਦੀ ਸੀ, ਬਲਕਿ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਮਿਹਨਤ ਵੀ ਕਰਦੀ ਸੀ। ਉਹ ਮੈਨੂੰ ਬਹੁਤ ਸਮਝਾਉਂਦੀ ਸੀ ਕਿ ਚੰਗੀ ਜ਼ਿੰਦਗੀ ਜਿਉਣ ਲਈ ਸੁਪਨੇ ਨਹੀਂ ਦੇਖਣੇ ਚਾਹੀਦੇ, ਬਲਕਿ ਉਹਨਾਂ ਨੂੰ ਪੂਰਾ ਕਰਨ ਲਈ ਮਿਹਨਤ ਵੀ ਕਰਨੀ ਪੈਂਦੀ ਹੈ। ਪਰ ਇਹ ਕੰਮ ਮੇਰੇ ਤੋਂ ਨਹੀਂ ਹੁੰਦਾ ਸੀ, ਇਸ ਲਈ ਮੇਰੇ ਹਾਲਾਤ ਵਿਆਹ ਤੋਂ ਬਾਅਦ ਹੋਰ ਵੀ ਬੁਰੇ ਹੋ ਗਏ ਅਤੇ ਵਿਆਹ ਦੇ 1 ਸਾਲ ਬਾਅਦ ਸਾਡੇ ਘਰ ਪੁੱਤਰ ਨੇ ਜਨਮ ਲਿਆ ਅਤੇ ਘਰ ਦੇ ਹਾਲਾਤ ਹੋਰ ਵੀ ਵਿਗੜਨ ਲੱਗੇ, ਕਿਉਂਕਿ ਇੱਕ ਹੋਰ ਮੁਸੀਬਤ ਮੇਰੇ ਸਿਰ 'ਤੇ ਆ ਗਈ ਸੀ। ਮੇਰਾ ਬੇਟਾ 2 ਸਾਲ ਦਾ ਹੋ ਚੁੱਕਿਆ ਸੀ, ਪਰ ਉਹ ਪੈਰਾਂ ਦੇ ਹੁੰਦੇ ਹੋਏ ਵੀ ਤੁਰ ਨਹੀਂ ਸਕਦਾ ਸੀ। ਮੈਂ ਬਹੁਤ ਕੋਸ਼ਿਸ਼ ਕੀਤੀ, ਕਈ ਡਾਕਟਰਾਂ ਨੂੰ ਵੀ ਦਿਖਾਇਆ, ਪਰ ਮੇਰਾ ਬੇਟਾ ਤੁਰ ਨਹੀਂ ਸਕਿਆ। ਇੱਥੋਂ ਤੱਕ ਕਿ ਉਹ 5 ਸਾਲ ਦਾ ਵੀ ਹੋ ਗਿਆ। ਉਸ ਨੂੰ ਕੋਈ ਬਿਮਾਰੀ ਵੀ ਨਹੀਂ ਸੀ, ਪਰ ਇਸ ਦੇ ਬਾਵਜੂਦ ਵੀ ਉਹ ਚੱਲ ਫਿਰ ਨਹੀਂ ਸਕਦਾ ਸੀ। ਇਹ ਦੇਖ ਕੇ ਮੈਂ ਬਹੁਤ ਉਦਾਸ ਹੋ ਗਿਆ ਅਤੇ ਮੈਂ ਸੋਚ ਲਿਆ ਕਿ ਇਹ ਦੋਵੇਂ ਮਾਂ ਪੁੱਤ ਮੇਰੇ ਕਿਸੇ ਕੰਮ ਦੇ ਨਹੀਂ ਹਨ। ਮੈਂ ਸੋਚਿਆ ਕਿ ਮੇਰਾ ਬੇਟਾ ਜਦੋਂ ਚੱਲ ਫਿਰ ਹੀ ਨਹੀਂ ਸਕਦਾ ਤਾਂ ਇਹ ਵੱਡਾ ਹੋ ਕੇ ਕੀ ਕਰੇਗਾ। ਇਹ ਮੇਰਾ ਸਹਾਰਾ ਨਹੀਂ ਬਣ ਸਕੇਗਾ, ਬਲਕਿ ਉਲਟਾ ਮੈਨੂੰ ਉਸ ਨੂੰ ਸਹਾਰਾ ਦੇਣਾ ਪਵੇਗਾ। ਇਸ ਲਈ ਮੈਂ ਆਪਣੀ ਪਤਨੀ ਨੂੰ ਛੱਡ ਦਿੱਤਾ ਅਤੇ ਦੂਜਾ ਵਿਆਹ ਕਰ ਲਿਆ। ਫਿਰ ਸਮਾਂ ਲੰਘਦਾ ਗਿਆ ਅਤੇ ਦੂਜੇ ਵਿਆਹ ਤੋਂ ਮੇਰੇ 3 ਮੁੰਡੇ ਹੋਏ ਅਤੇ ਉਹ ਵੱਡੇ ਹੋ ਕੇ ਬਹੁਤ ਪੈਸਾ ਕਮਾਉਣ ਲੱਗੇ।
ਪਰ ਜਿਵੇਂ ਹੀ ਮੇਰੇ ਮੁੰਡਿਆਂ ਕੋਲ ਦੌਲਤ ਆਈ ਤਾਂ ਮੇਰੀ ਪਤਨੀ ਅਤੇ ਮੁੰਡਿਆਂ ਨੇ ਮੈਨੂੰ ਇਹ ਕਹਿ ਕੇ ਘਰ ਵਿੱਚੋਂ ਕੱਢ ਦਿੱਤਾ ਕਿ ਤੂੰ ਸਾਡੇ ਲਈ ਕੁਝ ਨਹੀਂ ਕੀਤਾ, ਇਸ ਲਈ ਹੁਣ ਸਾਨੂੰ ਵੀ ਤੇਰੀ ਜ਼ਰੂਰਤ ਨਹੀਂ ਹੈ। ਅਤੇ ਇਸ ਤਰ੍ਹਾਂ ਮੈਂ ਘਰ ਤੋਂ ਬੇਘਰ ਹੋ ਗਿਆ। ਮੈਂ ਆਪਣੀ ਪਹਿਲੀ ਪਤਨੀ ਅਤੇ ਮੁੰਡਿਆਂ ਨੂੰ ਛੱਡ ਦਿੱਤਾ ਸੀ। ਉਹਨਾਂ ਦੋਨਾਂ ਦਾ ਦਿਲ ਦੁਖਾਇਆ ਸੀ, ਇਸ ਲਈ ਮੈਨੂੰ ਉਸ ਦੀ ਸਜ਼ਾ ਮਿਲੀ ਅਤੇ ਮੈਂ ਵੀ ਸੜਕ ਤੇ ਆ ਗਿਆ। ਇੱਕ ਦਿਨ ਮੈਂ ਸੜਕ ਤੇ ਜਾ ਰਿਹਾ ਸੀ ਕਿ ਮੈਂ ਇੱਕ ਕਾਰ ਦੇ ਨੀਚੇ ਆ ਗਿਆ ਅਤੇ ਇਸ ਐਕਸੀਡੈਂਟ ਵਿੱਚ ਮੇਰੀਆਂ ਦੋਵੇਂ ਲੱਤਾਂ ਟੁੱਟ ਗਈਆਂ ਅਤੇ ਮੈਂ ਸੜਕਾਂ ਤੇ ਭੀਖ ਮੰਗਣ ਲੱਗਿਆ। ਇਹ ਕਹਿ ਕੇ ਉਹ ਫਕੀਰ ਰੋਣ ਲੱਗਿਆ ਅਤੇ ਉਸ ਦੀ ਕਹਾਣੀ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਵੀ ਹੰਝੂ ਆ ਗਏ। ਪਰ ਫਿਰ ਮੈਨੂੰ 1 ਰੁਪਏ ਵਾਲੀ ਗੱਲ ਯਾਦ ਆਈ ਤਾਂ ਮੈਂ ਉਸ ਨੂੰ ਕਿਹਾ, ਪਰ ਬਾਬਾ ਜੀ ਇਹ ਤਾਂ ਦੱਸੋ ਕਿ ਤੁਸੀਂ ਮੇਰੇ ਤੋਂ 1 ਰੁਪਇਆ ਹੀ ਕਿਉਂ ਮੰਗਦੇ ਸੀ। ਇਹ ਸੁਣ ਕੇ ਉਸ ਫਕੀਰ ਨੇ ਇੱਕ ਰਾਜ ਖੋਲ੍ਹਿਆ, ਜਿਸ ਨੂੰ ਸੁਣ ਕੇ ਮੈਂ ਹੈਰਾਨ ਰਹਿ ਗਿਆ। ਉਸਨੇ ਕਿਹਾ, ਬੇਟਾ ਮੈਂ ਤੇਰਾ ਬਾਪ ਹਾਂ ਅਤੇ ਅੱਜ ਤੋਂ ਕਈ ਸਾਲ ਪਹਿਲਾਂ ਮੈਂ ਤੈਨੂੰ ਅਤੇ ਤੇਰੀ ਮਾਂ ਨੂੰ ਛੱਡ ਦਿੱਤਾ ਸੀ। ਜਿਸ ਦਿਨ ਮੈਂ ਤੁਹਾਨੂੰ ਛੱਡ ਕੇ ਜਾ ਰਿਹਾ ਸੀ ਉਸ ਦਿਨ ਤੇਰੀ ਮਾਂ ਨੇ ਮੇਰੀਆਂ ਬਹੁਤ ਮਿੰਨਤਾਂ ਕੀਤੀਆਂ ਸਨ ਅਤੇ ਕਿਹਾ ਸੀ ਕਿ ਸਾਡੇ ਬੇਟੇ ਨੂੰ ਕੋਈ ਬਿਮਾਰੀ ਨਹੀਂ ਹੈ, ਤੁਸੀਂ ਦੇਖਿਓ ਇੱਕ ਦਿਨ ਇਹ ਆਪਣੇ ਆਪ ਹੀ ਤੁਰਨ ਫਿਰਨ ਲੱਗੇਗਾ ਅਤੇ ਤੁਹਾਡਾ ਸਹਾਰਾ ਬਣੇਗਾ। ਪਰ ਮੈਂ ਬੜੇ ਹੰਕਾਰ ਵਿੱਚ ਕਿਹਾ ਸੀ ਕਿ ਮੈਨੂੰ ਪੂਰਾ ਯਕੀਨ ਹੈ ਤੇਰਾ ਇਹ ਮੁੰਡਾ 1 ਰੁਪਇਆ ਵੀ ਨਹੀਂ ਕਮਾ ਸਕੇਗਾ ਅਤੇ ਇਹ ਕਹਿ ਕੇ ਮੈਂ ਤੁਹਾਨੂੰ ਦੋਵਾਂ ਨੂੰ ਛੱਡ ਦਿੱਤਾ। ਪਰ ਅੱਜ ਮੈਂ ਤੈਨੂੰ ਲੱਭਦੇ ਹੋਏ ਇੱਥੇ ਤੱਕ ਆ ਗਿਆ, ਪਰ ਤੇਰੀ ਹੈਸੀਅਤ ਦੇਖ ਕੇ ਮੇਰਾ ਸਿਰ ਸ਼ਰਮ ਨਾਲ ਝੁਕ ਗਿਆ। ਇਹ ਕਹਿ ਕੇ ਉਹ ਫਕੀਰ ਰੋਣ ਲੱਗਿਆ ਅਤੇ ਮੈਂ ਉਸ ਨੂੰ ਨਫ਼ਰਤ ਨਾਲ ਭਰੀਆਂ ਹੋਈਆਂ ਨਜ਼ਰਾਂ ਨਾਲ ਦੇਖਣ ਲੱਗਿਆ। ਪਰ ਅਚਾਨਕ ਮੈਨੂੰ ਆਪਣੀ ਮਾਂ ਯਾਦ ਆ ਗਈ ਅਤੇ ਮੈਂ ਸੋਚਿਆ ਕਿ ਜੇਕਰ ਉਹ ਅੱਜ ਜਿਉਂਦੀ ਹੁੰਦੀ ਤਾਂ ਉਹ ਕੀ ਕਰਦੀ। ਮੇਰੇ ਖਿਆਲ ਨਾਲ ਉਹ ਮੇਰੇ ਬਾਪ ਨੂੰ ਮਾਫ਼ ਕਰ ਦਿੰਦੀ। ਇਸ ਲਈ ਮੈਂ ਵੀ ਇਹੀ ਕੀਤਾ ਅਤੇ ਉਸ ਨੂੰ 1 ਰੁਪਇਆ ਦੇਣ ਦੀ ਬਜਾਏ ਲੱਖਾਂ ਦਾ ਮਾਲਕ ਬਣਾ ਦਿੱਤਾ। ਕਈ ਵਾਰ ਇਨਸਾਨ ਸਮੇਂ ਤੋਂ ਪਹਿਲਾਂ ਹਾਰ ਮੰਨ ਲੈਂਦਾ ਹੈ। ਜੋ ਹਾਲਾਤ ਜਿਹੇ ਜਿਹੇ ਨਜ਼ਰ ਆ ਰਹੇ ਹੁੰਦੇ ਹਨ, ਹਕੀਕਤ ਉਸ ਦੇ ਉਲਟ ਹੁੰਦੀ ਹੈ। ਮੇਰੀ ਮਾਂ ਨੇ ਕਦੇ ਹਿੰਮਤ ਨਹੀਂ ਹਾਰੀ, ਇਸ ਲਈ ਅੱਜ ਮੈਂ ਇੱਥੇ ਤੱਕ ਪਹੁੰਚ ਸਕਿਆ ਹਾਂ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਹੈ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ ਅਤੇ ਇਸੇ ਤਰ੍ਹਾਂ ਦੀਆਂ ਕਹਾਣੀਆਂ ਲਗਾਤਾਰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਦਬਾ ਕੇ ਆਲ ਦੇ ਸੈੱਟ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਤੁਰੰਤ ਪਹੁੰਚ ਜਾਵੇ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ, ਤਦ ਤੱਕ ਲਈ ਧੰਨਵਾਦ।